ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕੈਨੇਡਾ ਆਉਣ ਵਾਲੇ ਯਾਤਰੀ ਦੇਣ ਧਿਆਨ, ਅੱਜ ਤੋਂ ਦਾਖਲ ਹੋਣ ਤੇ ਸ਼ਰਤ ਹੋਈ ਲਾਗੂ। ਬ੍ਰਿਟਿਸ਼ ਕੋਲੰਬੀਆ 'ਚ ਫਿਰ ਚੇਤਾਵਨੀ ਜਾਰੀ, ਸਿੱਖਾਂ ਨੇ ਕੀਤੀ ਮਦਦ। ਝੂਠੇ ਸਬੂਤ ਦਿਖਾ ਰਹੇ ਸਨ ਕੁਝ ਯਾਤਰੀ, ਬਾਰਡਰ ਅਧਿਕਾਰੀਆਂ ਨੇ ਕੀਤੀ ਕਾਰਵਾਈ। ਕੈਨੇਡਾ ਫਿਰ ਕਰੇਗਾ ਸਖਤੀ, ਟਰੂਡੋ ਨੇ ਦਿੱਤਾ ਇਸ਼ਾਰਾ। ਹਾਂਗਕਾਂਗ ਦੀ ਕੈਨੇਡਾ ਤੇ ਕਾਰਵਾਈ, ਯਾਤਰੀਆਂ ਤੇ ਲਗਾਈ ਰੋਕ। ਕੈਨੇਡਾ ਦੀ ਆਰਥਿਕਤਾ ਬਾਰੇ ਜਾਣਕਾਰੀ, ਜੀਡੀਪੀ ਵਿੱਚ ਹੋਇਆ ਵਾਧਾ। ਕੈਨੇਡਾ ਵਿੱਚ ਅੱਜ ਤੋਂ ਜਿਹੜੇ ਯਾਤਰੀ ਦਾਖਲ ਹੋਣਗੇ ਉਹਨਾਂ ਉੱਪਰ ਨਵੇਂ ਨਿਯਮਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਹ ਨਵੇਂ ਨਿਯਮਾਂ ਦੇ ਮੁਤਾਬਕ ਯਾਤਰੀਆਂ ਲਈ ਜ਼ਰੂਰੀ ਹੈ ਕਿ ਉਹਨਾਂ ਦੇ ਕੋਰੋਨਾ ਵੈਕਸੀਨ ਦੇ ਦੋਨੋਂ ਡੋਜ਼ ਲੱਗੇ ਹੋਣ। ਜਿਹੜੀ WHO ਵੱਲੋਂ ਮਾਨਤਾ ਪ੍ਰਾਪਤ ਵੈਕਸੀਨ ਹੈ ਉਸਦੇ ਡੋਜ਼ ਲੱਗੇ ਹੋਣੇ ਜ਼ਰੂਰੀ ਨੇ, ਜਿਸ ਬਾਰੇ ਕੈਨੇਡਾ ਸਰਕਾਰ ਵੱਲੋਂ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਗਈ ਸੀ। ਹੁਣ ਯਾਤਰੀ ਕੈਨੇਡਾ ਵਿੱਚ ਕਿਸ ਤਰ੍ਹਾਂ ਦਾਖਲ ਹੋ ਸਕਦੇ ਨੇ ਤੇ ਕਿਹੜੇ ਯਾਤਰੀਆਂ ਦੇ ਉੱਪਰ ਨਵੇਂ ਨਿਯਮ ਲਾਗੂ ਹੋਣਗੇ, ਤੁਹਾਨੂੰ ਦੱਸਾਂਗੇ ਅਸੀਂ ਇਸ ਖਬਰ 'ਚ। ਜੇਕਰ ਤੁਸੀਂ ਕੋਰੋਨਾ ਵੈਕਸੀਨ ਦੇ ਦੋਨੋਂ ਸ਼ਾਟਸ ਹਾਸਲ ਨਹੀਂ ਕੀਤੇ ਤੇ ਤੁਸੀਂ ਕੈਨੇਡਾ ਦਾ ਸਫ਼ਰ ਕਰਨਾ ਚਾਹੁੰਦੇ ਹੋ ਤਾਂ ਇਸ ਖਬਰ ਨੂੰ ਧਿਆਨ ਨਾਲ ਸੁਣਨਾ, ਕਿਉਂਕਿ ਹੁਣ ਬਿਨਾਂ ਵੈਕਸੀਨ ਵਾਲੇ ਯਾਤਰੀਆਂ ਦੀ ਕੈਨੇਡਾ ਵਿੱਚ ਐਂਟਰੀ ਨਹੀਂ ਹੋਵੇਗੀ। ਜੀ ਹਾਂ, ਅੱਜ ਤੋਂ ਕੈਨੇਡਾ ਵਿੱਚ ਯਾਤਰਾ ਸੰਬੰਧੀ ਨਵੇਂ ਨਿਯਮਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ, ਜਿਸ ਮੁਤਾਬਕ ਯਾਤਰੀ ਵਾਸਤੇ ਜ਼ਰੂਰੀ ਹੈ ਕਿ ਉਹ ਫੁੱਲੀ ਵੈਕਸੀਨੇਟਡ ਹੋਵੇ। ਦੱਸ ਦਈਏ ਕਿ ਹੁਣ 12 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਲਈ ਕੈਨੇਡਾ 'ਚ ਦਾਖਲ ਹੋਣ ਲਈ ਜ਼ਰੂਰੀ ਹੋਵੇਗਾ ਕਿ ਉਹ ਫੁੱਲੀ ਵੈਕਸੀਨੇਟਡ ਹੋਣ। ਇਹ ਨਵੇਂ ਨਿਯਮ ਉਨ੍ਹਾਂ ਉੱਪਰ ਲਾਗੂ ਹੋਣਗੇ ਜਿਹੜੇ ਹਵਾਈ ਜਾਂ ਫਿਰ ਰੇਲ ਯਾਤਰਾ ਕਰਨਗੇ। ਫੈਡਰਲ ਸਰਕਾਰ ਵੱਲੋਂ ਜੋ ਐਲਾਨ ਕੀਤਾ ਗਿਆ ਉਸ ਮੁਤਾਬਕ ਟ੍ਰਾਂਜ਼ਿਸ਼ਨਲ ਵਾਸਤੇ ਕੋਵਿਡ-19 ਨੈਗੇਟਿਵ ਰਿਪੋਰਟ ਵੀ ਦਿਖਾਈ ਜਾ ਸਕਦੀ ਹੈ। ਧਿਆਨ ਦੇਣ ਯੋਗ ਗੱਲ ਹੈ ਕਿ ਯਾਤਰਾ ਨਾਲ ਸੰਬੰਧਿਤ ਨਵੀਂ ਨੀਤੀ ਉਸ ਵੇਲੇ ਲਾਗੂ ਹੋਣ ਜਾ ਰਹੀ ਹੈ ਜਦੋਂ ਕੋਰੋਨਾ ਵਾਇਰਸ ਦਾ ਇੱਕ ਨਵਾਂ ਰੂਪ ਸਾਹਮਣੇ ਆ ਚੁੱਕਿਆ ਹੈ। ਇਸ ਵੇਰੀਐਂਟ ਨੇ ਹਰ ਕਿਸੇ ਦੀ ਚਿੰਤਾ ਇੱਕ ਵਾਰ ਫਿਰ ਤੋਂ ਵਧਾ ਦਿੱਤੀ ਹੈ। ਸਭ ਤੋਂ ਪਹਿਲਾਂ ਇਹ ਓਮੀਕਰੌਨ ਵੇਰੀਐਂਟ ਸਾਊਥ ਅਫਰੀਕਾ ਵਿੱਚ ਡਿਟੈਕਟ ਕੀਤਾ ਗਿਆ। ਕੈਨੇਡਾ ਵੱਲੋਂ ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਦੱਖਣੀ ਅਫਰੀਕੀ ਦੇਸ਼ਾਂ ਨਾਲ ਯਾਤਰਾ ਤੇ ਪਾਬੰਦੀ ਲਗਾ ਦਿੱਤੀ ਹੈ। WHO ਵੱਲੋਂ ਇਸ ਨੂੰ ਵੇਰੀਐਂਟ ਆਫ ਕੰਸਰਨ ਦੱਸਿਆ ਗਿਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਕੋਰੋਨਾ ਵਾਇਰਸ ਦਾ ਨਵਾਂ ਰੂਪ ਜ਼ਿਆਦਾ ਤੇਜ਼ੀ ਨਾਲ ਫੈਲਦਾ ਹੈ। ਹੁਣ ਜਿਹੜੇ ਯਾਤਰੀ ਕੈਨੇਡਾ ਵਿੱਚ ਅੱਜ ਤੋਂ ਦਾਖਲ ਹੋਣਗੇ ਜਾਂ ਫਿਰ ਦੇਸ਼ ਅੰਦਰ ਰੇਲ ਸਫ਼ਰ ਕਰਨਗੇ, ਉਹਨਾਂ ਲਈ ਜ਼ਰੂਰੀ ਹੈ ਕਿ ਉਹਨਾਂ ਦੇ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਲੱਗੇ ਹੋਣ। ਬ੍ਰਿਟਿਸ਼ ਕੋਲੰਬੀਆ ਦੇ ਕਈ ਹਿੱਸਿਆਂ ਲਈ ਮੌਸਮ ਸੰਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇੱਥੇ ਲਗਾਤਾਰ ਰਾਹਤ ਕਾਰਜ ਚਲਾਏ ਜਾ ਰਹੇ ਨੇ। ਸਿੱਖ ਕਮਿਊਨਿਟੀ ਵੱਲੋਂ ਲਗਾਤਾਰ ਜ਼ਰੂਰਤਮੰਦਾਂ ਤੱਕ ਖਾਣ ਪੀਣ ਦੀਆਂ ਚੀਜ਼ਾਂ ਪਹੁੰਚਾਈਆਂ ਜਾ ਰਹੀਆਂ ਨੇ। ਸੋਸ਼ਲ ਮੀਡੀਆ ਉੱਪਰ ਵੀ ਇਸ ਬਾਰੇ ਲਗਾਤਾਰ ਜਾਣਕਾਰੀ ਸਾਹਮਣੇ ਆ ਰਹੀ ਹੈ। ਹੁਣ ਬ੍ਰਿਟਿਸ਼ ਕੋਲੰਬੀਆ ਦੇ ਕਿਹੜੇ ਹਿੱਸਿਆਂ ਵਿੱਚ ਭਾਰੀ ਬਰਸਾਤ ਪੈਣ ਸੰਬੰਧੀ এনवायरमेंट ਕੈਨੇਡਾ ਵੱਲੋਂ ਦੱਸਿਆ ਗਿਆ, ਜਾਣੋ ਇਸ ਖਬਰ ਰਾਹੀਂ। ਬ੍ਰਿਟਿਸ਼ ਕੋਲੰਬੀਆ ਦੇ ਕਈ ਹਿੱਸਿਆਂ ਲਈ ਫਿਰ ਤੋਂ ਮੌਸਮ ਸੰਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ। ਕਈ ਥਾਵਾਂ ਤੇ ਲਗਾਤਾਰ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ। ਇਸ ਦੌਰਾਨ ਸਿੱਖਾਂ ਵੱਲੋਂ ਖਾਣ ਪੀਣ ਦੀਆਂ ਚੀਜ਼ਾਂ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਨੇ। ਸੋਸ਼ਲ ਮੀਡੀਆ ਦੇ ਰਾਹੀਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸਿੱਖ ਕਮਿਊਨਿਟੀ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਮਦਦ ਕੀਤੀ ਜਾ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਕਈ ਹਿੱਸਿਆਂ ਵਾਸਤੇ ਇੱਕ ਵਾਰ ਫਿਰ ਤੋਂ ਮੌਸਮ ਸੰਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇੱਕ ਹੋਰ ਐਟਮੋਸਫੇਰਿਕ ਰਿਵਰ ਨੂੰ ਧਿਆਨ ਵਿੱਚ ਰੱਖਦਿਆਂ ਬ੍ਰਿਟਿਸ਼ ਕੋਲੰਬੀਆ ਦੇ ਕਈ ਹਿੱਸਿਆਂ ਲਈ ਬਰਸਾਤ, ਤੇਜ਼ ਹਵਾਵਾਂ ਅਤੇ ਸਨੋ ਵਾਰਨਿੰਗ ਜਾਰੀ ਕੀਤੀ ਗਈ। ਦੱਸ ਦਈਏ ਕਿ ਇਹ ਚੇਤਾਵਨੀ ਫਰੇਜ਼ਰ ਵੈਲੀ, ਮੈਟਰੋ ਵੈਨਕੂਵਰ, ਕੋਸਟਲ ਅਤੇ ਇਨਲੈਂਡ ਸੈਕਸ਼ਨਸ ਆਫ ਸੈਂਟਰਲ ਕੋਸਟ, ਕੋਕੋਹੋਲਾ ਹਾਈਵੇ, ਵੈਸਟ ਵੈਨਕੂਵਰ ਆਈਲੈਂਡ, ਨਾਰਥ ਕੋਸਟ, ਨਾਰਥ ਵੈਨਕੂਵਰ ਆਈਲੈਂਡ ਤੇ ਸਨਸ਼ਾਈਨ ਕੋਸਟ ਵਾਸਤੇ ਜਾਰੀ ਕੀਤੀ ਗਈ। ਇਸ ਬਾਰੇ এনवायरमेंट ਕੈਨੇਡਾ ਦਾ ਕਹਿਣਾ ਹੈ ਕਿ ਪੈਂਬਰਟਨ ਵੈਲੀ ਵਿੱਚ 50 ਮਿਲੀਮੀਟਰ ਤੱਕ ਬਰਸਾਤ ਹੋ ਸਕਦੀ ਹੈ। ਵੈਨਕੂਵਰ, ਐਬਸਫੋਰਡ, ਵਿਸਲਰ ਦੇ ਵਾਸਤੇ 60 ਮਿਲੀਮੀਟਰ ਤੱਕ ਬਰਸਾਤ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ। ਸਨਸ਼ਾਈਨ ਕੋਸਟ, ਮੈਟਰੋ ਵੈਨਕੂਵਰ, ਸਾਊਥ ਈਸਟ ਜਿਸ ਵਿੱਚ ਸਰੀ, ਲੈਂਗਲੀ, ਮੈਟਰੋ ਵੈਨਕੂਵਰ, ਨਾਰਥ ਈਸਟ ਜਿਸ ਵਿੱਚ ਕੋਕੋਲਮ ਸ਼ਾਮਿਲ ਹੈ, ਇਹਨਾਂ ਥਾਵਾਂ ਤੇ 60 ਤੋਂ 80 ਮਿਲੀਮੀਟਰ ਤੱਕ ਬਰਸਾਤ ਹੋ ਸਕਦੀ ਹੈ। এনवायरमेंट ਕੈਨੇਡਾ ਦਾ ਕਹਿਣਾ ਹੈ ਕਿ ਨਾਰਥ ਸ਼ੋਰ ਮਾਊਂਟੇਨਸ ਅਤੇ ਸਕੁਐਮਿਸ਼ ਵਿੱਚ 120 ਮਿਲੀਮੀਟਰ ਤੱਕ ਬਾਰਿਸ਼ ਹੋਵੇਗੀ। ਸੈਂਟਰਲ ਕੋਸਟ ਜਿਸ ਵਿੱਚ ਬੈਲਾਕੂਲਾ ਸ਼ਾਮਿਲ ਹੈ, ਇਹਨਾਂ ਥਾਵਾਂ ਤੇ 80 ਤੋਂ 120 ਮਿਲੀਮੀਟਰ ਤੱਕ ਬਾਰਿਸ਼ ਪਵੇਗੀ। ਇਸ ਤੋਂ ਇਲਾਵਾ ਸਾਊਥ ਪੀਸ ਰਿਵਰ ਅਤੇ ਫਰੀਜ਼ਰ ਕੈਨਿਯਨ ਵਾਸਤੇ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇੱਥੇ 90 ਕਿਲੋਮੀਟਰ ਪ੍ਰਤੀ ਘੰਟਾ ਦੇ ਹਿਸਾਬ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਇਸ ਤੋਂ ਇਲਾਵਾ ਬ੍ਰਿਟਿਸ਼ ਕੋਲੰਬੀਆ ਇੰਟੀਰੀਅਰ ਦੇ 2 ਹਾਈਵੇ ਵਾਸਤੇ ਸਪੈਸ਼ਲ ਵੈਦਰ ਸਟੇਟਮੈਂਟ ਜਾਰੀ ਕੀਤੀ ਗਈ ਹੈ, ਜਿੱਥੇ ਤੇਜ਼ ਬਰਸਾਤ ਪੈਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ। ਇਸ ਦੌਰਾਨ ਬ੍ਰਿਟਿਸ਼ ਕੋਲੰਬੀਆ ਦੀਆਂ ਕਈ ਥਾਵਾਂ ਤੇ ਰਾਹਤ ਕਾਰਜ ਵੀ ਚਲਾਏ ਜਾ ਰਹੇ ਨੇ। ਸਿੱਖ ਕਮਿਊਨਿਟੀ ਵੱਲੋਂ ਲਗਾਤਾਰ ਖਾਣ ਪੀਣ ਦੀਆਂ ਚੀਜ਼ਾਂ ਵੀ ਵੰਡੀਆਂ ਜਾ ਰਹੀਆਂ ਨੇ। ਬਾਰਡਰ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਕਈ ਯਾਤਰੀ ਝੂਠੇ ਸਬੂਤ ਦਿਖਾ ਕੇ ਕੈਨੇਡਾ ਵਿੱਚ ਦਾਖਲੇ ਦੀ ਕੋਸ਼ਿਸ਼ ਕਰ ਰਹੇ ਸਨ।
ਅਜਿਹੇ ਕਈ ਯਾਤਰੀਆਂ ਉੱਪਰ ਕਾਰਵਾਈ ਕੀਤੀ ਗਈ ਹੈ ਜਿਨ੍ਹਾਂ ਨੂੰ ਜੁਰਮਾਨਾ ਲਗਾਇਆ ਗਿਆ। ਬਾਰਡਰ ਅਧਿਕਾਰੀਆਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕਈਆਂ ਵੱਲੋਂ ਫੇਕ ਕੋਵਿਡ-19 ਟੈਸਟ ਰਿਜ਼ਲਟ ਅਤੇ ਝੂਠੇ ਕੋਰੋਨਾ ਟੈਸਟਾਂ ਨਾਲ ਕੈਨੇਡਾ ਵਿੱਚ ਦਾਖਲੇ ਦੀ ਕੋਸ਼ਿਸ਼ ਕੀਤੀ ਗਈ। 31 ਅਕਤੂਬਰ ਤੱਕ ਜੋ ਜਾਣਕਾਰੀ ਸਾਂਝੀ ਕੀਤੀ ਗਈ ਉਸ ਮੁਤਾਬਕ ਬਾਰਡਰ ਅਧਿਕਾਰੀਆਂ ਵੱਲੋਂ 374 ਅਜਿਹੇ ਲੋਕਾਂ ਨੂੰ ਫੜਿਆ ਗਿਆ ਜਿਹੜੇ ਝੂਠੇ ਡਾਕੂਮੈਂਟ ਨਾਲ ਦਾਖਲੇ ਦੀ ਕੋਸ਼ਿਸ਼ ਕਰ ਰਹੇ ਸਨ। ਇਨ੍ਹਾਂ ਵਿੱਚੋਂ 160 에ਅਰਪੋਰਟ ਤੇ ਅਤੇ 187 ਲੈਂਡ ਕ੍ਰਾਸਿੰਗ ਤੇ ਪਾਏ ਗਏ। ਏਜੰਸੀ ਵੱਲੋਂ ਇਨ੍ਹਾਂ ਕੇਸਿਸ ਦੇ ਬ੍ਰੇਕਡਾਊਨ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਜਨਵਰੀ 6 ਤੋਂ ਲੈ ਕੇ 12 ਨਵੰਬਰ ਤੱਕ ਕਈ ਅਜਿਹੇ ਲੋਕਾਂ ਨੂੰ ਜੁਰਮਾਨੇ ਲਗਾਏ ਗਏ ਜਿਹੜੇ ਝੂਠੇ ਸਬੂਤ ਨਾਲ ਦੇਸ਼ ਵਿੱਚ ਦਾਖਲੇ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਬਾਰੇ ਏਜੰਸੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਏਜੰਸੀ ਦਾ ਕਹਿਣਾ ਹੈ ਕਿ 6 ਜਨਵਰੀ ਤੋਂ ਲੈ ਕੇ 12 ਨਵੰਬਰ ਤੱਕ 7 ਜਾਣਿਆਂ ਨੂੰ ਜੁਰਮਾਨੇ ਲਗਾਏ ਅਤੇ 6 ਜੁਲਾਈ ਤੋਂ 12 ਨਵੰਬਰ ਤੱਕ 2 ਜਾਣਿਆਂ ਨੂੰ ਝੂਠੇ ਪ੍ਰੂਫ ਆਫ ਵੈਕਸੀਨੇਸ਼ਨ ਦੇ ਸੰਬੰਧ ਵਿੱਚ ਜੁਰਮਾਨਾ ਕੀਤਾ ਗਿਆ। ਦੱਸ ਦਈਏ ਕਿ ਹੁਣ ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਸਾਹਮਣੇ ਆਉਣ ਤੋਂ ਬਾਅਦ ਬਾਰਡਰ ਉੱਪਰ ਹੋਰ ਵੀ ਸਖਤੀ ਦੇਖਣ ਨੂੰ ਮਿਲੇਗੀ, ਜਿੱਥੇ ਯਾਤਰੀਆਂ ਦੇ ਪਹੁੰਚਣ ਉੱਪਰ ਉਹਨਾਂ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾਵੇਗੀ। ਤੇ ਅੱਜ ਤੋਂ ਹੀ ਕੈਨੇਡਾ ਵਿੱਚ ਯਾਤਰੀਆਂ ਸੰਬੰਧੀ ਨਵੇਂ ਨਿਯਮਾਂ ਦੀ ਵੀ ਸ਼ੁਰੂਆਤ ਹੋਣ ਜਾ ਰਹੀ ਹੈ, ਜਿਸ ਮੁਤਾਬਕ ਹੁਣ ਯਾਤਰੀਆਂ ਵਾਸਤੇ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟਸ ਲਗਵਾਏ ਹੋਣੇ ਜ਼ਰੂਰੀ ਹੋਣਗੇ। ਕੋਰੋਨਾ ਵਾਇਰਸ ਦਾ ਨਵਾਂ ਰੂਪ ਸਾਹਮਣੇ ਆਉਣ ਤੋਂ ਬਾਅਦ ਲਗਾਤਾਰ ਇਹ ਸਵਾਲ ਬਣਿਆ ਹੋਇਆ ਹੈ ਕਿ ਕੀ ਕੈਨੇਡਾ ਵੱਲੋਂ ਹੋਰ ਵੀ ਯਾਤਰਾ ਸੰਬੰਧੀ ਪਾਬੰਦੀਆਂ ਲਗਾਈਆਂ ਜਾਣਗੀਆਂ। ਇਸ ਬਾਰੇ ਜਸਟਿਨ ਟਰੂਡੋ ਬੋਲਦੇ ਹੋਏ ਨਜ਼ਰ ਆਏ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਯਾਤਰਾ ਸੰਬੰਧੀ ਪਾਬੰਦੀਆਂ ਲਗਾਉਣ ਬਾਰੇ ਇੱਕ ਸੰਕੇਤ ਦਿੱਤਾ ਹੈ। ਕੋਰੋਨਾ ਦਾ ਨਵਾਂ ਰੂਪ ਸਾਹਮਣੇ ਆਇਆ ਤਾਂ ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਓਮਿਕਰੌਨ ਵੇਰੀਐਂਟ ਨੂੰ ਧਿਆਨ ਵਿੱਚ ਰੱਖਦਿਆਂ ਕੈਨੇਡਾ ਨੂੰ ਹੋਰ ਕਦਮ ਚੁੱਕਣੇ ਪੈ ਸਕਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਇਸ ਮਾਮਲੇ ਨੂੰ ਧਿਆਨ ਵਿੱਚ ਰੱਖਦਿਆਂ ਕੁਝ ਚੀਜ਼ਾਂ ਉੱਪਰ ਵਿਚਾਰ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਹ ਨਵਾਂ ਕੋਰੋਨਾ ਵਾਇਰਸ ਦਾ ਵੇਰੀਐਂਟ ਬਾਕੀਆਂ ਦੇ ਮੁਕਾਬਲੇ ਵੱਧ ਤੇਜ਼ੀ ਨਾਲ ਫੈਲਦਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਟਵਾ ਤੋਂ ਇਸ ਵੇਰੀਐਂਟ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਕੈਨੇਡਾ ਵੱਲੋਂ ਇਸ ਨਵੇਂ ਵੇਰੀਐਂਟ ਤੇ ਨਜ਼ਰ ਬਣਾਈ ਹੋਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਚਾਹੇ ਕੈਨੇਡਾ ਵਿੱਚ ਬਾਰਡਰ ਤੇ ਸਖਤੀ ਨਾਲ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ, ਪਰ ਫਿਰ ਵੀ ਕੈਨੇਡਾ ਵਿੱਚ ਵੈਕਸੀਨੇਸ਼ਨ ਨੂੰ ਹੋਰ ਤੇਜ਼ ਕਰਨ ਦੀ ਜ਼ਰੂਰਤ ਹੈ। ਉਹਨਾਂ ਕਿਹਾ ਲੋਕਾਂ ਦੀ ਯਾਤਰਾ ਤੋਂ ਪਹਿਲਾਂ ਤੇ ਕੈਨੇਡਾ ਪਹੁੰਚਣ ਤੇ ਕੋਵਿਡ ਟੈਸਟ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਉਹਨਾਂ ਵੱਲੋਂ ਇਹ ਵੀ ਸੰਕੇਤ ਦੇ ਦਿੱਤੇ ਗਏ ਕਿ ਹੋ ਸਕਦਾ ਹੈ ਕਿ ਭਵਿੱਖ ਵਿੱਚ ਕੁਝ ਸਖਤ ਕਦਮ ਚੁੱਕੇ ਜਾਣ। ਉਧਰ ਦੂਜੇ ਪਾਸੇ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਅਤੇ ਕਈ ਹੋਰ ਪ੍ਰੀਮੀਅਰਸ ਵੱਲੋਂ ਕੈਨੇਡਾ ਸਰਕਾਰ ਨੂੰ ਸਾਰੇ ਯਾਤਰੀਆਂ ਲਈ ਕੈਨੇਡਾ ਪਹੁੰਚਣ ਤੇ ਕੋਵਿਡ ਟੈਸਟ ਲਾਜ਼ਮੀ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਅੱਜ ਤੋਂ ਕੈਨੇਡਾ ਵਿੱਚ ਸਖਤੀ ਨਾਲ ਨਵੇਂ ਨਿਯਮਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ, ਜਿਸ ਦੇ ਮੁਤਾਬਕ ਹੁਣ ਆਉਣ ਵਾਲੇ ਯਾਤਰੀਆਂ ਲਈ ਜ਼ਰੂਰੀ ਹੈ ਕਿ ਉਹ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟਸ ਲਗਵਾ ਚੁੱਕੇ ਹੋਣ। ਹਾਂਗਕਾਂਗ ਵੱਲੋਂ ਯਾਤਰਾ ਸੰਬੰਧੀ ਕੈਨੇਡਾ ਤੇ ਕਾਰਵਾਈ ਕੀਤੀ ਗਈ ਹੈ। ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਸਾਹਮਣੇ ਆਉਣ ਤੋਂ ਬਾਅਦ ਹੁਣ ਹਾਂਗਕਾਂਗ ਵੱਲੋਂ ਕੈਨੇਡਾ ਨਾਲ ਵੀ ਯਾਤਰਾ ਤੇ ਰੋਕ ਲਗਾ ਦਿੱਤੀ ਗਈ ਹੈ ਤੇ ਇਸ ਤਰ੍ਹਾਂ ਉਹਨਾਂ ਵੱਲੋਂ ਹੋਰ ਵੀ ਕਈ ਦੇਸ਼ਾਂ ਉੱਪਰ ਕਾਰਵਾਈ ਕੀਤੀ ਗਈ। ਹਾਂਗਕਾਂਗ ਵੱਲੋਂ ਕੈਨੇਡਾ ਉੱਪਰ ਯਾਤਰਾ ਸੰਬੰਧੀ ਕਾਰਵਾਈ ਕੀਤੀ ਗਈ। ਹਾਂਗਕਾਂਗ ਵੱਲੋਂ ਹੁਣ ਕੈਨੇਡਾ ਨਾਲ ਵੀ ਯਾਤਰਾ ਪਾਬੰਦੀ ਲਗਾ ਦਿੱਤੀ ਗਈ ਹੈ। ਹਾਂਗਕਾਂਗ ਵੱਲੋਂ ਇਹ ਐਲਾਨ ਨਵੇਂ ਵੇਰੀਐਂਟ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਗਿਆ। ਦੱਸ ਦਈਏ ਕਿ ਜਿਹੜੇ 4 ਅਫਰੀਕਨ ਕੰਟਰੀਜ਼ ਤੋਂ ਆਉਣ ਵਾਲੇ ਨਾਨ ਰੈਜ਼ੀਡੈਂਟਸ ਹਨ, ਉਹਨਾਂ ਉੱਪਰ ਹਾਂਗਕਾਂਗ ਵੱਲੋਂ ਰੋਕ ਲਗਾਈ ਗਈ ਹੈ ਤੇ ਇਹੀ ਕਾਰਵਾਈ ਉਹਨਾਂ ਵੱਲੋਂ ਆਸਟ੍ਰੇਲੀਆ, ਕੈਨੇਡਾ, ਇਜ਼ਰਾਈਲ ਅਤੇ 6 ਯੂਰਪੀਅਨ ਦੇਸ਼ਾਂ ਤੋਂ ਆਉਣ ਵਾਲੇ ਨਾਨ ਰੈਜ਼ੀਡੈਂਟਸ ਉੱਪਰ ਵੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਜੋ ਨਵਾਂ ਵੇਰੀਐਂਟ ਸਾਹਮਣੇ ਆਇਆ ਹੈ ਉਸ ਬਾਰੇ ਵਿਸ਼ਵ ਸਿਹਤ ਸੰਗਠਨ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦਾ ਇਹ ਨਵਾਂ ਰੂਪ ਵੱਧ ਤੇਜ਼ੀ ਨਾਲ ਫੈਲਦਾ ਹੈ ਤੇ ਉਹਨਾਂ ਵੱਲੋਂ ਓਮਿਕਰੌਨ ਵੇਰੀਐਂਟ ਨੂੰ ਵੇਰੀਐਂਟ ਆਫ ਕੰਸਰਨ ਦੱਸਿਆ ਗਿਆ। ਹੁਣ ਹਾਂਗਕਾਂਗ ਵੱਲੋਂ ਜੋ ਤਾਜ਼ਾ ਸਟੇਟਮੈਂਟ ਜਾਰੀ ਕੀਤੀ ਗਈ ਉਸ ਵਿੱਚ ਉਹਨਾਂ ਦੱਸਿਆ ਕਿ ਯਾਤਰਾ ਸੰਬੰਧੀ ਉਹਨਾਂ ਵੱਲੋਂ ਐਂਗੋਲਾ, ਇਥੋਪੀਆ, ਨਾਈਜੀਰੀਆ ਤੇ ਜ਼ਾਂਬੀਆ ਤੋਂ ਆਉਣ ਵਾਲੇ ਨਾਨ ਰੈਜ਼ੀਡੈਂਟਸ ਉੱਪਰ ਕਾਰਵਾਈ ਕੀਤੀ ਗਈ ਹੈ। ਹੁਣ ਹਾਂਗਕਾਂਗ ਵਿੱਚ ਉਹੀ ਰੈਜ਼ੀਡੈਂਟਸ ਆ ਸਕਣਗੇ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟਸ ਹਾਸਲ ਕੀਤੇ ਗਏ ਨੇ ਤੇ ਨਾਲ ਹੀ ਉਹਨਾਂ ਨੂੰ ਕੁਆਰੰਟਾਈਨ ਕਰਨ ਦੀ ਵੀ ਜ਼ਰੂਰਤ ਹੋਵੇਗੀ। ਇੱਥੇ ਪਹੁੰਚਣ ਤੇ 7 ਦਿਨਾਂ ਦਾ ਕੁਆਰੰਟਾਈਨ ਜ਼ਰੂਰੀ ਕੀਤਾ ਗਿਆ ਹੈ। ਇਹ 7 ਦਿਨਾਂ ਦਾ ਕੁਆਰੰਟਾਈਨ ਗਵਰਨਮੈਂਟ ਫੈਸਿਲਿਟੀ ਵਿੱਚ ਹੋਏਗਾ ਤੇ ਬਾਕੀ 2 ਹਫ਼ਤਿਆਂ ਦਾ ਕੁਆਰੰਟਾਈਨ ਹੋਟਲ ਵਿੱਚ ਆਪਣੇ ਖਰਚੇ ਤੇ ਕੀਤਾ ਜਾਵੇਗਾ। ਹਾਂਗਕਾਂਗ ਵੱਲੋਂ ਹੁਣ ਆਸਟ੍ਰੇਲੀਆ, ਅਸਟਰੀਆ, ਬੈਲਜੀਅਮ, ਕੈਨੇਡਾ, ਚੈਕ ਰਿਪਬਲਿਕ, ਡੈਨਮਾਰਕ, ਜਰਮਨੀ, ਇਜ਼ਰਾਈਲ ਤੇ ਇਟਲੀ ਤੋਂ ਆਉਣ ਵਾਲੇ ਯਾਤਰੀਆਂ ਉੱਪਰ ਵੀ ਰੋਕ ਲਗਾ ਦਿੱਤੀ ਹੈ। ਹੁਣ ਇਨ੍ਹਾਂ ਦੇਸ਼ਾਂ ਤੋਂ ਜਿਹੜੇ ਯਾਤਰੀ ਹਾਂਗਕਾਂਗ ਆਉਣਗੇ ਉਹਨਾਂ ਵਾਸਤੇ ਜ਼ਰੂਰੀ ਹੋਵੇਗਾ ਕਿ ਉਹ 3 ਹਫ਼ਤਿਆਂ ਲਈ ਹੋਟਲ ਕੁਆਰੰਟਾਈਨ ਕਰਨ।
ਦੱਸ ਦਈਏ ਕਿ ਹੁਣ ਤੱਕ ਕੈਨੇਡਾ ਤੋਂ 5 ਓਮਿਕਰॉन ਵਾਇਰਸ ਨਾਲ ਸੰਬੰਧਿਤ ਮਾਮਲੇ ਸਾਹਮਣੇ ਆ ਚੁੱਕੇ ਹਨ। ਕੈਨੇਡਾ ਦੀ ਆਰਥਿਕਤਾ ਪਹਿਲਾਂ ਦੇ ਮੁਕਾਬਲੇ ਸੁਧਰਦੀ ਹੋਈ ਦਿਖਾਈ ਦੇ ਰਹੀ ਹੈ। ਇਸ ਬਾਰੇ ਸਟੈਟਿਸਟਿਕਸ ਕੈਨੇਡਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਵੱਲੋਂ ਜੀਡੀਪੀ ਬਾਰੇ ਦੱਸਿਆ ਗਿਆ। ਜਾਣਕਾਰੀ ਮੁਤਾਬਕ ਪਹਿਲਾਂ ਦੇ ਮੁਕਾਬਲੇ ਜੀਡੀਪੀ ਵਿੱਚ ਵਾਧਾ ਦਰਜ ਕੀਤਾ ਗਿਆ। ਪਹਿਲਾਂ ਦੇ ਮੁਕਾਬਲੇ ਕੈਨੇਡਾ ਦੀ ਆਰਥਿਕਤਾ ਵਿੱਚ ਸੁਧਾਰ ਹੁੰਦਾ ਦਿਖਾਈ ਦੇ ਰਿਹਾ ਹੈ। ਕੈਨੇਡਾ ਦੀ ਜੀਡੀਪੀ ਬਾਰੇ ਜੋ ਜਾਣਕਾਰੀ ਸਾਹਮਣੇ ਆਈ ਉਸ ਮੁਤਾਬਕ ਤੀਸਰੇ ਕੁਆਰਟਰ ਵਿੱਚ ਜੀਡੀਪੀ 1.3% ਵੱਧ ਹੋਈ ਹੈ। ਜੀ ਹਾਂ, ਜੁਲਾਈ ਤੋਂ ਸਤੰਬਰ ਮਹੀਨੇ ਦੌਰਾਨ ਜੋ ਜੀਡੀਪੀ ਬਾਰੇ ਜਾਣਕਾਰੀ ਸਾਹਮਣੇ ਆਈ ਉਸ ਮੁਤਾਬਕ ਇਸ ਵਿੱਚ 1.3% ਦਾ ਵਾਧਾ ਦਰਜ ਕੀਤਾ ਗਿਆ। ਦਰਅਸਲ ਕੋਰੋਨਾ ਕਾਰਨ ਜੋ ਪਾਬੰਦੀਆਂ ਲਗਾਈਆਂ ਗਈਆਂ ਉਸ ਵਿੱਚ ਢਿੱਲ ਦਿੱਤੀ ਗਈ। ਢਿੱਲ ਦੇਣ ਤੋਂ ਬਾਅਦ ਲੋਕਾਂ ਵੱਲੋਂ ਖਰਚ ਕਰਨ ਦੀਆਂ ਐਕਟੀਵਿਟੀਜ਼ ਅਤੇ ਜੋ ਐਕਸਪੋਰਟ ਵਿੱਚ ਵਾਧਾ ਹੋਇਆ ਹੈ ਉਸਨੇ ਆਰਥਿਕਤਾ ਉੱਪਰ ਚੰਗਾ ਪ੍ਰਭਾਵ ਪਾਇਆ। ਦੱਸ ਦਈਏ ਕਿ ਸਟੈਟਿਸਟਿਕਸ ਕੈਨੇਡਾ ਵੱਲੋਂ ਜੀਡੀਪੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਥਰਡ ਕੁਆਰਟਰ ਵਿੱਚ ਦੇਸ਼ ਅੰਦਰ ਵੇਚੀਆਂ ਗਈਆਂ ਚੀਜ਼ਾਂ ਅਤੇ ਸੇਵਾਵਾਂ ਦੀ ਕੁੱਲ ਵੈਲਿਊ $2.093 ਟ੍ਰਿਲੀਅਨ ਦਰਜ ਕੀਤੀ ਗਈ। ਦੂਜੇ ਪਾਸੇ ਦੂਸਰੇ ਕੁਆਰਟਰ ਦੌਰਾਨ ਜੀਡੀਪੀ 2.066 ਟ੍ਰਿਲੀਅਨ ਦਰਜ ਕੀਤੀ ਗਈ ਸੀ। ਹੁਣ ਜੋ ਵਾਧਾ ਦਰਜ ਕੀਤਾ ਗਿਆ ਉਸ ਪਿੱਛੇ ਕੰਜ਼ਿਊਮਰ ਸਪੈਂਡਿੰਗ ਨੂੰ ਵੀ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਲੋਕਾਂ ਵੱਲੋਂ ਘਰੇਲੂ ਵਸਤਾਂ ਦੀ ਖਰੀਦ ਵਿੱਚ 14% ਅਤੇ ਸੇਵਾਵਾਂ ਦੀ ਖਰੀਦ ਵਿੱਚ 6% ਵਾਧਾ ਦਰਜ ਹੋਇਆ। ਕੱਪੜੇ ਅਤੇ ਹੋਰ ਜਿਹੜੀਆਂ ਰੋਜ਼ ਦੀਆਂ ਚੀਜ਼ਾਂ ਨੇ ਉਹਨਾਂ ਨੂੰ ਸੈਮੀ ਡਿਊਰੇਬਲ ਦੀ ਕੈਟੇਗਰੀ ਵਿੱਚ ਰੱਖਿਆ ਜਾਂਦਾ ਹੈ। ਇਸ ਕੈਟੇਗਰੀ ਵਿੱਚ 14% ਦਾ ਵਾਧਾ ਰਿਕਾਰਡ ਕੀਤਾ ਗਿਆ। ਕੱਪੜਿਆਂ ਦੀ ਖਰੀਦ ਵਿੱਚ ਕੀਤੇ ਗਏ ਖਰਚ ਅੰਦਰ 27% ਦਾ ਵਾਧਾ, ਸ਼ੂਜ਼ ਅਤੇ ਚੱਪਲ ਦੇ ਖਰਚ ਵਿੱਚ 30% ਦਾ ਵਾਧਾ ਦੱਸਿਆ ਜਾ ਰਿਹਾ ਹੈ। ਖਾਣ ਪੀਣ ਦੀਆਂ ਚੀਜ਼ਾਂ ਉੱਤੇ 29% ਦਾ ਵਾਧਾ, ਹੇਅਰ ਕੱਟ ਅਤੇ ਸੈਲੂਨ ਦੀਆਂ ਸਰਵਿਸਿਜ਼ ਉੱਪਰ ਖਰਚ ਕੀਤੇ ਜਾਣ ਵਿੱਚ 33% ਦਾ ਵਾਧਾ ਦੱਸਿਆ ਜਾ ਰਿਹਾ ਹੈ। ਕੈਨੇਡਾ ਦੇ ਇੱਕ ਹਿੱਸੇ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਵਿਅਕਤੀ ਦੇ ਸਿਰ ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਪੀੜਤ ਦੇ ਸਸਪੈਕਟ ਬਾਰੇ ਅਜੇ ਕੋਈ ਵੀ ਡਿਟੇਲ ਨਹੀਂ ਦੱਸੀ ਗਈ। ਫਿਲਹਾਲ ਉਹਨਾਂ ਦਾ ਕਹਿਣਾ ਹੈ ਕਿ ਜ਼ਖਮੀ ਹਾਲਤ ਵਿੱਚ ਵਿਅਕਤੀ ਨੂੰ ਜਾਣੀ ਕਿ ਪੀੜਤ ਨੂੰ ਭਰਤੀ ਕਰਵਾਇਆ ਗਿਆ ਹੈ। ਡਾਊਨਟਾਊਨ ਮੌਸਕ ਪਾਰਕ ਦੇ ਇੱਕ ਖੇਤਰ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਵਿਅਕਤੀ ਉੱਪਰ ਚਾਕੂ ਨਾਲ ਹਮਲਾ ਕੀਤਾ ਗਿਆ। ਇਸ ਵਿਅਕਤੀ ਦੇ ਸਿਰ ਉੱਪਰ ਚਾਕੂ ਨਾਲ ਹਮਲਾ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਇਸ ਮਾਮਲੇ ਸੰਬੰਧੀ ਆਫੀਸਰਸ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਉਸ ਮੁਤਾਬਕ ਇਹ ਘਟਨਾ 11:08 ਦੇ ਕਰੀਬ ਸ਼ੇਰਬੌਰਨ ਸਟਰੀਟ ਅਤੇ ਕੁਈਨ ਸਟਰੀਟ ਈਸਟ ਨੇੜੇ ਵਾਪਰੀ ਹੈ। ਪੁਲਿਸ ਵੱਲੋਂ ਦੱਸਿਆ ਗਿਆ ਕਿ ਜਿਸ ਵਿਅਕਤੀ ਉੱਪਰ ਹਮਲਾ ਕੀਤਾ ਗਿਆ ਉਸ ਦੇ ਚਾਕੂ ਨਾਲ ਸਿਰ ਤੇ ਕਈ ਵਾਰ ਹਮਲਾ ਕੀਤਾ ਗਿਆ। ਟੋਰਾਂਟੋ ਪੈਰਾਮੈਡਿਕ ਸਰਵਿਸਿਜ਼ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਨੇ ਪੀੜਤ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੇ ਸੰਬੰਧ ਵਿੱਚ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਤੇ ਨਾ ਹੀ ਉਹਨਾਂ ਵੱਲੋਂ ਸਸਪੈਕਟ ਬਾਰੇ ਅਜੇ ਕੋਈ ਡਿਟੇਲ ਸਾਂਝੀ ਕੀਤੀ ਗਈ ਹੈ। ਇਸ ਦੇ ਨਾਲ ਹੀ ਅਜੇ ਤੱਕ ਪੀੜਤ ਦਾ ਨਾਮ ਵੀ ਪੁਲਿਸ ਵੱਲੋਂ ਜਨਤਕ ਨਹੀਂ ਕੀਤਾ ਗਿਆ। ਉਸ ਦੇ ਬਾਰੇ ਸਿਰਫ ਇਹੀ ਦੱਸਿਆ ਗਿਆ ਕਿ ਜ਼ਖਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ ਤੋਂ ਬਾਅਦ ਅੱਗੇ ਦੀ ਅਪਡੇਟ ਸਾਂਝੀ ਕੀਤੀ ਜਾਵੇਗੀ। ਸਰੀ ਤੋਂ 3 ਗੋਲੀਬਾਰੀ ਦੇ ਮਾਮਲੇ ਸਾਹਮਣੇ ਆਏ ਜਿਸ ਨੇ ਪੁਲਿਸ ਨੂੰ ਚਿੰਤਾ ਵਿੱਚ ਪਾ ਦਿੱਤਾ। ਇੱਥੇ ਕੁਝ ਹੀ ਦਿਨਾਂ ਦੌਰਾਨ ਇਹ 3 ਮਾਮਲੇ ਸਾਹਮਣੇ ਆਏ ਨੇ ਜਿਸ ਵਿੱਚ 3 ਜਾਣੇ ਜ਼ਖਮੀ ਹੋਏ ਨੇ ਤੇ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਨੂੰ ਲੈ ਕੇ ਪੁਲਿਸ ਵੱਲੋਂ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਕੀ ਹੈ ਪੂਰੇ ਮਾਮਲਿਆਂ ਬਾਰੇ ਡਿਟੇਲ ਤੁਹਾਨੂੰ ਦੱਸਾਂਗੇ ਅਸੀਂ ਇਸ ਖਬਰ 'ਚ। ਸਰੀ ਪੁਲਿਸ ਸਰਵਿਸ ਵੱਲੋਂ ਸਰੀ ਵਿੱਚ ਸੇਵਾਵਾਂ ਦੇਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਹੁਣ ਸਰੀ ਆਰਸੀਐਮਪੀ ਅਤੇ ਸਰੀ ਪੁਲਿਸ ਸਰਵਿਸ ਇਕੱਠਿਆਂ ਪੈਟਰੋਲਿੰਗ ਕਰਦੀ ਹੋਈ ਦਿਖਾਈ ਦੇ ਰਹੀ ਹੈ। ਸਰੀ ਪੁਲਿਸ ਸਰਵਿਸ ਵੱਲੋਂ 3 ਨਵੰਬਰ ਤੋਂ ਆਪਣੀ ਸੇਵਾ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਜਿੱਥੇ ਪਹਿਲੇ 29 ਸਰੀ ਪੁਲਿਸ ਅਫਸਰ ਹੁਣ ਪੈਟਰੋਲਿੰਗ ਕਰਦੇ ਹੋਏ ਦਿਖਾਈ ਦੇ ਰਹੇ ਹਨ। ਅਗਲੇ ਗਰੁੱਪ ਵੱਲੋਂ ਆਉਣ ਵਾਲੇ ਹਫ਼ਤਿਆਂ ਦੌਰਾਨ ਆਪਣੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ। ਇਸ ਬਾਰੇ ਸਰੀ ਪੁਲਿਸ ਸਰਵਿਸ ਦੇ ਚੀਫ ਕਾਂਸਟੇਬਲ ਲਿਪਿੰਸਕੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਉਹਨਾਂ ਵੱਲੋਂ ਦੱਸਿਆ ਗਿਆ ਕਿ ਸਰੀ ਪੁਲਿਸ ਸਰਵਿਸ ਵੱਲੋਂ ਕਿਵੇਂ ਅਤੇ ਕਿਸ ਤਰ੍ਹਾਂ ਆਪਣੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ। ਟ੍ਰਾਂਜੀਸ਼ਨ ਦੇ ਇਨੀਸ਼ੀਅਲ ਫੇਜ਼ ਵਿੱਚ ਸਰੀ ਆਰਸੀਐਮਪੀ ਵੱਲੋਂ ਪੁਲਿਸ ਫੋਰਸ ਨੂੰ ਕਮਾਂਡ ਦੇਣਾ, ਸਾਰੇ ਪੁਲਿਸਿੰਗ ਮੈਟਰਸ ਨੂੰ ਓਵਰਸੀ ਕਰਨਾ ਅਤੇ ਪੁਲਿਸਿੰਗ ਪ੍ਰੋਗਰਾਮ ਤੇ ਸਰਵਿਸਿਜ਼ ਨੂੰ ਡਿਲੀਵਰ ਕਰਨਾ ਇਹ ਕੰਮ ਜਾਰੀ ਰੱਖੇ ਜਾਣਗੇ। ਇਸ ਬਾਰੇ ਅਸਿਸਟੈਂਟ ਕਮਿਸ਼ਨਰ ਦਾ ਕਹਿਣਾ ਹੈ ਕਿ ਉਹਨਾਂ ਦੀ ਇਸ ਸਮੇਂ ਸਭ ਤੋਂ ਵੱਧ ਪ੍ਰਾਇੋਰਟੀ ਇਹ ਹੋਵੇਗੀ ਕਿ ਆਮ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾਵੇ। ਕੈਨੇਡਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਇਸ ਪੰਜਾਬੀ ਨੌਜਵਾਨ ਦੀ ਟਰੱਕ ਹਾਦਸੇ ਵਿੱਚ ਮੌਤ ਹੋਈ ਹੈ, ਜੋ ਕਿ ਇਸ ਸਮੇਂ ਵਰਕ ਪਰਮਿਟ ਦੇ ਉੱਪਰ ਕੈਨੇਡਾ ਵਿੱਚ ਸੀ। ਪੁਲਿਸ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਤੇ ਨਾਲ ਹੀ ਉਹਨਾਂ ਵੱਲੋਂ ਪੰਜਾਬੀ ਨੌਜਵਾਨ ਦਾ ਨਾਮ ਤੇ ਪਹਿਚਾਣ ਵੀ ਜਨਤਕ ਕੀਤੀ ਗਈ ਹੈ। ਕੈਨੇਡਾ ਦੇ ਇੱਕ ਸੂਬੇ ਤੋਂ ਪੰਜਾਬੀ ਦੀ ਮੌਤ ਬਾਰੇ ਜਾਣਕਾਰੀ ਸਾਹਮਣੇ ਆਈ ਹੈ।
ਇਹ ਮਾਮਲਾ ਬ੍ਰਿਟਿਸ਼ ਕੋਲੰਬੀਆ ਤੋਂ ਸਾਹਮਣੇ ਆਇਆ, ਜਿੱਥੇ ਇੱਕ ਟਰੱਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਘਟਨਾ 26 ਨਵੰਬਰ ਵਾਲੇ ਦਿਨ ਸਾਹਮਣੇ ਆਈ, ਜਿੱਥੇ ਬ੍ਰਿਟਿਸ਼ ਕੋਲੰਬੀਆ ਦੇ ਹਾਈਵੇ 3 ਉੱਪਰ ਇੱਕ ਟਰੱਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਇਸ ਨੌਜਵਾਨ ਦਾ ਨਾਮ ਰਾਜਨਵੀਰ ਸਿੰਘ ਗਿੱਲ ਦੱਸਿਆ ਗਿਆ, ਜਿਸ ਦੀ ਉਮਰ 22 ਸਾਲ ਦੇ ਕਰੀਬ ਹੈ। ਦੱਸ ਦਈਏ ਕਿ ਰਾਜਨਵੀਰ ਸਿੰਘ 2018 ਵਿੱਚ ਕੈਨੇਡਾ ਆਇਆ ਸੀ ਅਤੇ ਮੌਜੂਦਾ ਸਮੇਂ ਉਸ ਕੋਲ ਵਰਕ ਪਰਮਿਟ ਸੀ। ਜਿਸ ਸਮੇਂ ਬ੍ਰਿਟਿਸ਼ ਕੋਲੰਬੀਆ ਵਿੱਚ ਹਾਦਸਾ ਵਾਪਰਿਆ ਸੀ, ਉਸ ਤੋਂ ਬਾਅਦ ਰਾਜਨਵੀਰ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ, ਪਰ ਹਸਪਤਾਲ ਵਿੱਚ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਹਾਦਸੇ ਤੋਂ ਬਾਅਦ 2 ਟਰੱਕ ਟ੍ਰੇਲਰ ਵਿੱਚ ਅੱਗ ਲੱਗ ਗਈ। ਇਸ ਵਿੱਚ 3 ਜਾਣੇ ਸਵਾਰ ਸਨ, ਜਿਨ੍ਹਾਂ ਦੀ ਮੌਤ ਹੋ ਗਈ ਅਤੇ ਇਹਨਾਂ ਵਿੱਚੋਂ ਹੀ ਇੱਕ ਰਾਜਨਵੀਰ ਵੀ ਸੀ। ਮੌਜੂਦਾ ਸਮੇਂ ਰਾਜਨ ਆਪਣੇ ਰਿਸ਼ਤੇਦਾਰਾਂ ਕੋਲ ਬਰੈਂਪਟਨ ਵਿੱਚ ਰਹਿ ਰਿਹਾ ਸੀ। ਹੁਣ ਇਹ ਮਾਮਲਾ ਕੈਨੇਡਾ ਤੋਂ ਸਾਹਮਣੇ ਆਉਣ ਤੋਂ ਬਾਅਦ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਕੈਨੇਡਾ ਵਿੱਚ 5 ਸਾਲ ਤੋਂ 11 ਸਾਲ ਦੇ ਬੱਚਿਆਂ ਨੂੰ ਕੋਵਿਡ-19 ਵੈਕਸੀਨ ਲਗਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਤੋਂ ਇਸ ਬਾਰੇ ਜਾਣਕਾਰੀ ਸਾਹਮਣੇ ਆਈ, ਜਿਸ ਵਿੱਚ ਦੱਸਿਆ ਗਿਆ ਕਿ ਕਈ ਬੱਚਿਆਂ ਵੱਲੋਂ ਕੋਵਿਡ-19 ਵੈਕਸੀਨ ਲਈ ਰਜਿਸਟਰ ਕੀਤਾ ਜਾ ਚੁੱਕਿਆ ਹੈ। ਕੈਨੇਡਾ 'ਚ 5 ਸਾਲ ਤੋਂ 11 ਸਾਲ ਦੇ ਬੱਚਿਆਂ ਨੂੰ ਕੋਵਿਡ-19 ਵੈਕਸੀਨ ਲਗਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਬਾਰੇ ਬ੍ਰਿਟਿਸ਼ ਕੋਲੰਬੀਆ ਤੋਂ ਵੀ ਜਾਣਕਾਰੀ ਸਾਹਮਣੇ ਆਈ ਹੈ, ਜਿਸ ਵਿੱਚ ਦੱਸਿਆ ਗਿਆ ਕਿ ਪਹਿਲੇ ਦਿਨ ਕਿੰਨੇ ਬੱਚਿਆਂ ਨੇ ਕੋਵਿਡ-19 ਵੈਕਸੀਨ ਲਗਵਾਈ। ਬ੍ਰਿਟਿਸ਼ ਕੋਲੰਬੀਆ ਤੋਂ ਬੱਚਿਆਂ ਨੂੰ ਕੋਵਿਡ-19 ਵੈਕਸੀਨ ਲਗਾਏ ਜਾਣ ਬਾਰੇ ਜੋ ਜਾਣਕਾਰੀ ਸਾਹਮਣੇ ਆਈ, ਉਸ ਮੁਤਾਬਕ 3,50,000 ਵਿੱਚੋਂ ਕੋਵਿਡ-19 ਵੈਕਸੀਨ ਹਾਸਲ ਕਰਨ ਲਈ ਰਜਿਸਟਰ ਕਰਵਾਇਆ ਗਿਆ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਰਜਿਸਟ੍ਰੇਸ਼ਨ ਕਰਵਾਏ ਜਾਣ ਦੀ ਉਮੀਦ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਕਈ ਮਾਂ-ਬਾਪ ਅਜਿਹੇ ਹਨ ਜਿਹੜੇ ਚਾਹੁੰਦੇ ਨੇ ਕਿ ਜਲਦ ਉਹਨਾਂ ਦੇ ਬੱਚੇ ਕੋਵਿਡ-19 ਵੈਕਸੀਨ ਹਾਸਲ ਕਰ ਲੈਣ। ਹੁਣ ਸੂਬੇ ਤੋਂ ਇਸ ਟੀਕੇ ਬਾਰੇ ਹੋਰ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। In general, we tend to be higher than the polls that we've seen presented nationally. And from the example that we have from the Vaccine Evaluation Centre, it was 68% of parents were wanting to have their children vaccinated right away, and another 20% within said they're absolutely going to vaccinate their children in the next little while. So those are the types of numbers that we're seeing here in BC, so slightly higher. And I think what we'll see is similar to what we saw when the vaccines first came out, that once they're available for people, once we get a level of comfort in how well they're working and people see that others around them are being vaccinated and how well it's working, that we'll see an increase in people having that confidence to book their own children in as well. I was just going to say the one other thing that we're watching really carefully is the experience in other countries, and we know that close to 3 million children now have been immunized in the United States, and I've been on calls with my colleagues from Region 10, so Washington, Alaska, and Oregon, and they've really had a really positive experience with children. And what we have not seen are any other safety signals that have come up with the 3 million children in the U.S. So those are things that we'll be making sure that parents are aware of as well. ਇੱਕ ਵਿਅਕਤੀ ਨੂੰ ਕੋਰੋਨਾ ਵਾਇਰਸ ਦੌਰਾਨ ਜੋ ਫੰਡ ਮਿਲਿਆ, ਉਸ ਵੱਲੋਂ ਉਸ ਦੀ ਵਰਤੋਂ ਗਲਤ ਤਰੀਕੇ ਕੀਤੀ ਗਈ। ਜੀ ਹਾਂ, ਇਸ ਵਿਅਕਤੀ ਵੱਲੋਂ ਲੈਂਬੋਰਗਿਨੀ ਅਤੇ ਹੋਰ ਕਈ ਚੀਜ਼ਾਂ ਵਿੱਚ ਫੰਡਿੰਗ ਦੀ ਵਰਤੋਂ ਕੀਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਉਸ ਉੱਪਰ ਕਾਰਵਾਈ ਕੀਤੀ ਤੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਫੈਡਰਲ ਫੰਡਿੰਗ ਦੀ ਗਲਤ ਵਰਤੋਂ ਕਰਨ ਦੇ ਸੰਬੰਧ ਵਿੱਚ ਇੱਕ ਵਿਅਕਤੀ ਨੂੰ 9 ਸਾਲਾਂ ਤੋਂ ਵੱਧ ਜੇਲ੍ਹ ਵਿੱਚ ਰਹਿਣਾ ਪਏਗਾ। ਜੀ ਹਾਂ, ਇੱਕ ਹਿਊਸਟਨ ਦੇ ਵਿਅਕਤੀ ਨੂੰ ਪੈਂਡੈਮਿਕ ਦੌਰਾਨ ਜੋ ਫੈਡਰਲ ਫੰਡਿੰਗ ਮਿਲੀ, ਇਸ ਦੀ ਵਰਤੋਂ ਉਸ ਵੱਲੋਂ ਲੈਂਬੋਰਗਿਨੀ, ਰੋਲੈਕਸ ਵਾਚ ਅਤੇ ਕਈ ਟ੍ਰਿਪਸ ਲਈ ਕੀਤੀ ਗਈ। ਹੁਣ ਅਜਿਹਾ ਕਰਨ ਤੇ ਇਸ ਵਿਅਕਤੀ ਨੂੰ ਸਜ਼ਾ ਸੁਣਾਈ ਗਈ ਹੈ। ਜਿਸ ਵਿਅਕਤੀ ਵੱਲੋਂ ਅਜਿਹਾ ਕੀਤਾ ਗਿਆ, ਉਸ ਦਾ ਨਾਮ ਲੀ ਪ੍ਰਾਈਸ ਹੈ। ਹੁਣ ਇਸ ਨੂੰ 110 ਮਹੀਨੇ ਜੇਲ੍ਹ ਵਿੱਚ ਰਹਿਣਾ ਪਏਗਾ। ਜਾਣਕਾਰੀ ਮੁਤਾਬਕ ਇਸ ਲੀ ਨਾਮ ਦੇ ਵਿਅਕਤੀ ਵੱਲੋਂ $1.6 ਮਿਲੀਅਨ US ਫੰਡਿੰਗ ਦੀ ਵਰਤੋਂ ਲੈਂਬੋਰਗਿਨੀ, ਰੋਲੈਕਸ ਵਾਚ ਅਤੇ ਹੋਰ ਕਈ ਚੀਜ਼ਾਂ ਵਿੱਚ ਕੀਤੀ ਗਈ। ਇਹ ਫੰਡਿੰਗ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਤੋਂ ਸੀ, ਜੋ ਕਿ ਛੋਟੇ ਕਾਰੋਬਾਰਾਂ ਨੂੰ ਲੋ ਇੰਟਰਸਟ ਲੋਨ ਦਿੰਦੀ ਹੈ। ਅਜਿਹਾ ਪੈਂਡੈਮਿਕ ਦੌਰਾਨ ਕੀਤਾ ਜਾ ਰਿਹਾ ਸੀ। ਜਾਣਕਾਰੀ ਮੁਤਾਬਕ ਇਸ ਵਿਅਕਤੀ ਵੱਲੋਂ $85,000 ਦੀ ਵਰਤੋਂ ਪਿਕਅਪ ਟਰੱਕ ਲੈਣ ਵਾਸਤੇ ਕੀਤੀ ਗਈ ਅਤੇ ਨਾਲ ਹੀ ਉਸ ਵੱਲੋਂ ਆਪਣੀ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਦਾ ਕਰਜ਼ਾ ਵੀ ਅਦਾ ਕੀਤਾ ਗਿਆ। ਹੁਣ ਜਦੋਂ ਇਸ ਬਾਰੇ ਸਾਰੀ ਜਾਣਕਾਰੀ ਸਾਹਮਣੇ ਆਈ ਤਾਂ ਇਸ ਵਿਅਕਤੀ ਉੱਪਰ ਕਾਰਵਾਈ ਕੀਤੀ ਗਈ, ਜਿਸ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕਾ ਦੇ ਇੱਕ ਸਕੂਲ ਵਿੱਚ ਗੋਲੀਆਂ ਚੱਲੀਆਂ, ਜਿਸ ਦੌਰਾਨ 3 ਜਾਣਿਆਂ ਦੀ ਮੌਤ ਹੋ ਗਈ ਅਤੇ 6 ਜਾਣੇ ਜ਼ਖਮੀ ਦੱਸੇ ਜਾ ਰਹੇ ਨੇ। ਇਸ ਦੌਰਾਨ ਇੱਕ ਅਧਿਆਪਕ ਨੂੰ ਵੀ ਗੋਲੀ ਲੱਗੀ। ਜਿਹੜੇ 3 ਜਾਣਿਆਂ ਦੀ ਮੌਤ ਹੋਈ ਉਹ ਵਿਦਿਆਰਥੀ ਦੱਸੇ ਗਏ ਨੇ ਤੇ ਪੁਲਿਸ ਵੱਲੋਂ ਸਸਪੈਕਟ ਬਾਰੇ ਵੀ ਦੱਸਿਆ ਗਿਆ।
ਅਮਰੀਕਾ ਦੇ ਇੱਕ ਸਕੂਲ ਵਿੱਚ ਗੋਲੀਆਂ ਚੱਲੀਆਂ, ਜਿਸ ਕਾਰਨ 3 ਦੀ ਮੌਤ ਹੋ ਗਈ ਅਤੇ 6 ਜਾਣੇ ਜ਼ਖਮੀ ਦੱਸੇ ਜਾ ਰਹੇ ਹਨ। ਇਹ ਮਾਮਲਾ ਮਿਸ਼ੀਗਨ ਹਾਈ ਸਕੂਲ ਤੋਂ ਸਾਹਮਣੇ ਆਇਆ। ਅਥਾਰਟੀਜ਼ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਮਿਸ਼ੀਗਨ ਦੇ ਆਕਸਫੋਰਡ ਹਾਈ ਸਕੂਲ ਵਿੱਚ ਜੋ ਗੋਲੀਆਂ ਚੱਲੀਆਂ, ਇਸ ਕਾਰਨ 3 ਜਾਣਿਆਂ ਦੀ ਜਾਨ ਚਲੀ ਗਈ ਅਤੇ 6 ਜਾਣੇ ਜ਼ਖਮੀ ਦੱਸੇ ਜਾ ਰਹੇ ਹਨ। ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਜਿਹੜੇ 3 ਜਾਣਿਆਂ ਦੀ ਮੌਤ ਹੋਈ ਉਹ ਵਿਦਿਆਰਥੀ ਸਨ। ਇਸ ਦੇ ਨਾਲ ਹੀ ਅਧਿਆਪਕ ਨੂੰ ਗੋਲੀ ਲੱਗਣ ਬਾਰੇ ਵੀ ਜਾਣਕਾਰੀ ਸਾਹਮਣੇ ਆਈ ਹੈ। ਪੁਲਿਸ ਵੱਲੋਂ ਦੱਸਿਆ ਗਿਆ ਕਿ ਸਸਪੈਕਟ ਦੀ ਪਹਿਚਾਣ ਉਹਨਾਂ ਵੱਲੋਂ ਕਰ ਲਈ ਗਈ ਹੈ। ਸਸਪੈਕਟ ਦੀ ਪਹਿਚਾਣ ਇੱਕ 15 ਸਾਲਾ ਲੜਕੇ ਦੇ ਤੌਰ ਉੱਪਰ ਦੱਸੀ ਗਈ। ਪੁਲਿਸ ਨੂੰ ਇਸ ਮਾਮਲੇ ਸੰਬੰਧੀ 12:51 ਉੱਪਰ ਜਾਣਕਾਰੀ ਮਿਲੀ ਸੀ। ਉਹਨਾਂ ਨੂੰ ਇਸ ਦੇ ਸੰਬੰਧ ਵਿੱਚ 100 ਤੋਂ ਵੱਧ ਕਾਲਸ ਆਈਆਂ। ਪੁਲਿਸ ਵੱਲੋਂ ਹੁਣ ਘਟਨਾ ਵਾਲੀ ਥਾਂ ਤੋਂ ਇੱਕ ਬੰਦੂਕ ਵੀ ਬਰਾਮਦ ਕੀਤੀ ਗਈ ਹੈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਆਕਸਫੋਰਡ ਕਮਿਊਨਿਟੀ ਸਕੂਲ ਆਫੀਸ਼ੀਅਲਸ ਵੱਲੋਂ ਇੱਕ ਸਟੇਟਮੈਂਟ ਜਾਰੀ ਕੀਤੀ ਗਈ, ਜਿਸ ਵਿੱਚ ਉਹਨਾਂ ਨੇ ਇਸ ਗੋਲੀਬਾਰੀ ਦੀ ਪੁਸ਼ਟੀ ਕੀਤੀ ਹੈ। ਦੇ ਨਾਲ ਹੀ ਉਹਨਾਂ ਵੱਲੋਂ ਦੱਸਿਆ ਗਿਆ ਕਿ ਆਕਲੈਂਡ ਕਾਉਂਟੀ ਸ਼ੈਰਿਫਸ ਡਿਪਾਰਟਮੈਂਟ ਵੱਲੋਂ ਘਟਨਾ ਵਾਲੀ ਥਾਂ ਤੇ ਜਾਂਚ ਕੀਤੀ ਜਾ ਰਹੀ ਹੈ। ਇਸ ਖਬਰ 'ਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਇਸ ਸਮੇਂ ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਕੀ ਹਾਲਾਤ ਬਣੇ ਹੋਏ ਨੇ, ਕੀ ਹੈ ਪੂਰੀ ਜਾਣਕਾਰੀ ਤੁਹਾਨੂੰ ਦੱਸਾਂਗੇ ਅਸੀਂ ਇਸ ਖਬਰ ਵਿੱਚ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 687 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਪ੍ਰੋਵਿੰਸ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਕਾਰਨ 10,000 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ। अस्पताल ਵਿੱਚ 266 ਮਰੀਜ਼ ਦੱਸੇ ਜਾ ਰਹੇ ਨੇ ਅਤੇ ਨਾਲ ਹੀ ਆਈਸੀਯੂ ਵਿੱਚ 153 ਲੋਕਾਂ ਦੀ ਗਿਣਤੀ ਦੱਸੀ ਗਈ ਹੈ। ਇਸ ਤੋਂ ਇਲਾਵਾ ਓਨਟਾਰੀਓ ਤੋਂ 4 ਮਾਮਲੇ ਓਮਿਕਰੋਨ ਵਾਇਰਸ ਨਾਲ ਵੀ ਸੰਬੰਧਿਤ ਸਾਹਮਣੇ ਆ ਚੁੱਕੇ ਨੇ, ਜਿਹੜੇ 24 ਘੰਟਿਆਂ ਦੌਰਾਨ ਕੇਸਿਸ ਦਰਜ ਕੀਤੇ ਗਏ। ਇਹਨਾਂ ਵਿੱਚ 310 ਅਨਵੈਕਸੀਨੇਟਡ, 308 ਫੁੱਲੀ ਵੈਕਸੀਨੇਟਡ ਸ਼ਾਮਲ ਸਨ। ਇਸ ਸੂਬੇ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਕਾਰਨ 10,000 ਦੇ ਕਰੀਬ ਮੌਤਾਂ ਹੋ ਚੁੱਕੀਆਂ ਨੇ। ਟੋਰਾਂਟੋ ਤੋਂ 94, ਵਿੰਡਸਰ ਤੋਂ 71, ਪੀਲ ਰਿਜਨ ਤੋਂ 60, ਸਿਮਕੋ ਤੋਂ 57, ਹਾਲਟਨ ਤੋਂ 47 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਹੁਣ ਤੱਕ ਸੂਬੇ 'ਚ ਰਿਕਵਰਡ ਕੇਸਿਸ ਦੀ ਗਿਣਤੀ 6,01,550 ਦੇ ਕਰੀਬ ਦੱਸੀ ਗਈ ਤੇ ਐਕਟਿਵ ਕੇਸਿਸ ਦਾ ਅੰਕੜਾ 6,940 ਹੈ। ਦੱਸ ਦਈਏ ਕਿ ਇੱਥੇ ਵੱਧ ਗਿਣਤੀ ਲੋਕਾਂ ਵੱਲੋਂ ਕੋਵਿਡ-19 ਵੈਕਸੀਨ ਹਾਸਲ ਕੀਤੀ ਗਈ ਹੈ। ਸੂਬੇ 'ਚ 86.4% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟਸ ਅਤੇ 99.9% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਘੱਟੋ-ਘੱਟ ਇੱਕ ਡੋਜ਼ ਹਾਸਲ ਕੀਤੀ ਗਈ ਹੈ। ਕਿਊਬੈਕ ਤੋਂ 24 ਘੰਟਿਆਂ ਦੌਰਾਨ 784 ਮਾਮਲਿਆਂ ਦੀ ਪੁਸ਼ਟੀ ਹੋਈ ਅਤੇ 3 ਮੌਤਾਂ ਇਸ ਵਾਇਰਸ ਕਾਰਨ ਬੀਤੇ 24 ਘੰਟਿਆਂ ਦੌਰਾਨ ਹੋ ਗਈਆਂ। ਸੂਬੇ 'ਚ ਹੁਣ ਤੱਕ ਕੁੱਲ 4,48,171 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 4,28,679 ਰਿਕਵਰਡ ਕੇਸਿਸ ਦਾ ਅੰਕੜਾ ਹੈ ਤੇ ਇੱਥੇ ਐਕਟਿਵ ਕੇਸਿਸ ਦੀ ਗਿਣਤੀ 7,913 ਹੈ। अस्पताल ਵਿੱਚ 227 ਮਰੀਜ਼ ਹਨ, ਜਿਨ੍ਹਾਂ ਵਿੱਚੋਂ 51 ਇੰਟੈਂਸਿਵ ਕੇਅਰ ਅਧੀਨ ਦੱਸੇ ਗਏ ਨੇ। ਇਸ ਸੂਬੇ ਤੋਂ ਇੱਕ ਓਮਿਕਰੋਨ ਵੇਰੀਐਂਟ ਦਾ ਮਾਮਲਾ ਵੀ ਸਾਹਮਣੇ ਆ ਚੁੱਕਿਆ ਹੈ। ਇੱਥੇ 80.8% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਹਾਸਲ ਕੀਤੀ ਗਈ ਹੈ ਤੇ ਦੂਜੇ ਪਾਸੇ ਕੋਵਿਡ-19 ਵੈਕਸੀਨ ਦੀਆਂ ਦੋਨੋਂ ਸ਼ਾਟ ਹਾਸਲ ਕਰਨ ਵਾਲਿਆਂ ਦੀ ਗਿਣਤੀ ਵੀ ਕਾਫੀ ਜ਼ਿਆਦਾ ਹੈ। ਕੈਨੇਡਾ 'ਚ ਹੁਣ ਤੱਕ ਕੁੱਲ 1.7 ਮਿਲੀਅਨ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 29,680 ਮੌਤਾਂ ਇਸ ਵਾਇਰਸ ਕਾਰਨ ਹੋ ਚੁੱਕੀਆਂ ਨੇ। ਇੱਥੇ ਐਕਟਿਵ ਕੇਸਿਸ ਦੀ ਗਿਣਤੀ 26,068 ਹੈ, ਜਿਨ੍ਹਾਂ ਵਿੱਚੋਂ 25,588 ਮਾਈਲਡ ਕੰਡੀਸ਼ਨ ਅਤੇ 480 ਸੀਰੀਅਸ ਕੰਡੀਸ਼ਨ ਦੇ ਵਿੱਚ ਨੇ ਤੇ ਰਿਕਵਰਡ ਕੇਸਿਸ ਦਾ ਅੰਕੜਾ ਕੈਨੇਡਾ 'ਚ 1.7 ਮਿਲੀਅਨ ਤੋਂ ਵੱਧ ਦਾ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕੈਨੇਡਾ ਆਉਣ ਵਾਲੀ ਯਾਤਰੀ ਦੇਣ ਧਿਆਨ, ਅੱਜ ਤੋਂ ਦਾਖਲ ਹੋਣ ਤੇ ਸ਼ਰਤ ਹੋਈ ਲਾਗੂ। ਬ੍ਰਿਟਿਸ਼ ਕੋਲੰਬੀਆ 'ਚ ਫਿਰ ਚੇਤਾਵਨੀ ਜਾਰੀ, ਸਿੱਖਾਂ ਨੇ ਕੀਤੀ ਮਦਦ। ਝੂਠੇ ਸਬੂਤ ਦਿਖਾ ਰਹੇ ਸਨ ਕੁਝ ਯਾਤਰੀ, ਬਾਰਡਰ ਅਧਿਕਾਰੀਆਂ ਨੇ ਕੀਤੀ ਕਾਰਵਾਈ। ਕੈਨੇਡਾ ਫਿਰ ਕਰੇਗਾ ਸਖਤੀ, ਟਰੂਡੋ ਨੇ ਦਿੱਤਾ ਇਸ਼ਾਰਾ। ਹਾਂਗਕਾਂਗ ਦੀ ਕੈਨੇਡਾ ਤੇ ਕਾਰਵਾਈ, ਯਾਤਰੀਆਂ ਤੇ ਲਗਾਈ ਰੋਕ। ਕੈਨੇਡਾ ਦੀ ਆਰਥਿਕਤਾ ਬਾਰੇ ਜਾਣਕਾਰੀ, ਜੀਡੀਪੀ ਵਿੱਚ ਹੋਇਆ ਵਾਧਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।